सतनाम श्री वाहिगुरु साहिब जीओ। मैं मूरख की केतक बात है, कोट पराधी तरिया रे। गुर नानक जिन सुनिया पेखिया, से फिर गरपास ना परिया रे। तुम्हारी शरण तुम्हारी आसा, तुम ही सज्जन सुहेले। राखो रखनहार दयाला, नानक करके गोले। सुनी अरदास सुआमी मेरा, सर्व कला बन आई। प्रगट भई सगले जुग अंतर, गुर नानक की वड्याई। प्रगट भई सगले जुग अंतर, गुर नानक की वड्याई। जुगो जुग अटल चवर छत्र तखत दे मालक, दसां पातशाहियां जी दी जोत। हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी। गुरु सवारी गुरु की साजी साज के नवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलों दे नाल मन विरतियां कागर करके जुड़ करके बहन दी कृपालता करिए। समय और श्वासां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण कीती, ओ विचार इथों तक सी कि जिस वेले सतगुरु गुरु हरगोबिंद महाराज छेवें पातशाह मीरी बेरी दे मालक कृपालू दयालू सतगुरु जी इधर मालवे इलाके दे विच शशोभत है, बख्शिश रहमत कर रहे ने सतगुरु जी। ड्रोली भाई के नगर विखे सतगुरु जी विराजमान है काफी समय तो। साईं दास इन्हां दी पत्नी सत्कारयोग बीबी रामो जी, उन्हां दे गृह विखे सतगुरु जी शशोभत है काफी सिखां समेत। ते सतगुरु जी इत्थे रोजाना सिखां नूं जंग युद्धां दे अभ्यास करवाउंदे आ, शिकार खेडण जांदे सतगुरु जी होर बेअंत बख्शिशां रहमतां बरताउंदे ने। ते इदां कहंदे समां बतीत हुंदा गया ते इधर सतगुरु गुरु हरगोबिंद महाराज जी दे बड़े पुत्र सत्कारयोग बाबा गुरदित्ता जी कहंदे इधर कीरतपुर की धरती दे उत्ते उन्हां ने नवा नगर वसाया ब्यासा। वाहिगुरु जी सतलुज दरिया दे किनारे सतगुरु जी की कृपा रहमत हुई। बाबा बुढ़न छाह नूं मिल के नवा नगर कीरतपुर बसाउणा कीता, जिथे सतगुरु की कृपा रहमत वरती है। बाबा गुरदित्ता जी ने बेअंत संगतां नूं उत्थे पनाह दित्ती है। उन्हां दे दुख सुख दी विचार सतगुर दी कृपा दे नाल देखना कीती बाबा गुरदित्ता जी ने।
ਬੇਅੰਤ ਬਖਸ਼ਿਸ਼ਾਂ ਰਹਿਮਤਾਂ ਵਰਤ ਰਹੀਆਂ ਨੇ। ਤੇ ਸਤਿਕਾਰਯੋਗ ਅਨੰਤੀ ਜੀ ਬਾਬਾ ਗੁਰਦਿੱਤਾ ਜੀ ਦੇ ਪਤਨੀ, ਇਹਨਾਂ ਦੇ ਦੋ ਪੁੱਤਰ ਸਤਿਕਾਰਯੋਗ ਧੀਰਮਲ ਜੀ ਔਰ ਛੋਟੇ ਜੋ ਗੋਦੀ ਚੁੱਕੇ ਹੋਏ ਨੇ ਉਹ ਹਰ ਰਾਏ ਜੀ, ਜਿਨ੍ਹਾਂ ਨੇ 7ਵੇਂ ਪਾਤਸ਼ਾਹ ਦੀ ਪ੍ਰਾਪਤੀ ਕਰਨੀ, 7ਵੇਂ ਗੁਰੂ ਨਾਨਕ ਦਾ ਰੂਪ ਬਣਨਾ। ਇਹ ਦੋ ਪੁੱਤਰ ਨੇ ਬਾਬਾ ਗੁਰਦਿੱਤਾ ਜੀ ਦੇ, ਧੀਰਮਲ ਜੀ, ਹਰ ਰਾਏ ਜੀ। ਤੇ ਬਾਬਾ ਗੁਰਦਿੱਤਾ ਜੀ ਇੱਧਰ ਕੀਰਤਪੁਰ ਦੀ ਧਰਤੀ ਤੇ ਇਦਾਂ ਵਿਚਰ ਰਹੇ ਨੇ। ਸੰਗਤਾਂ ਵੀ ਉਹਨਾਂ ਦਾ ਸਤਿਕਾਰ ਪੂਰਾ ਪੈ ਕਰਦੀਆਂ ਨੇ। ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਸਮਾਂ ਬਤੀਤ ਹੁੰਦਾ ਗਿਆ। ਕਹਿੰਦੇ ਬਾਬਾ ਗੁਰਦਿੱਤਾ ਜੀ ਦਾ ਸਤਿਕਾਰ 6ਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੀ ਤਰ੍ਹਾਂ ਕਰਦੇ ਨੇ। ਗੁਰੂ ਦੇ ਸਿੱਖ, ਗੁਰੂ ਦੀ ਸੰਗਤ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਬਾਬਾ ਗੁਰਦਿੱਤਾ ਜੀ ਵੀ ਕਹਿੰਦੇ ਸ਼ਿਕਾਰ ਉਸੇ ਤਰ੍ਹਾਂ ਖੇਡਣ ਜਾਂਦੇ ਨੇ ਕੀਰਤਪੁਰ ਦੀ ਧਰਤੀ ਤੇ। ਉਹ ਵੀ ਸੰਗਤਾਂ ਦੇ ਵਿੱਚ ਵਿਚਰਦੇ ਆ। ਤੇ ਸਮਾਂ ਜਦੋਂ ਬਤੀਤ ਹੋਇਆ, ਕਹਿੰਦੇ ਇੱਕ ਦਿਨ ਮਨ ਵਿੱਚ ਵਿਚਾਰ ਆਈ ਬਾਬਾ ਗੁਰਦਿੱਤਾ ਜੀ ਦੇ ਕਿ ਅਸੀਂ ਚੱਲ ਕੇ ਸਤਿਗੁਰ ਦੇ ਦਰਸ਼ਨ ਕਰੀਏ 6ਵੇਂ ਪਾਤਸ਼ਾਹ ਜੀ ਦੇ। ਤੇ ਚਾਹ ਕੇ ਦਰਸ਼ਨ ਕਰਕੇ ਮਨ ਦੀ ਭਾਵਨਾ ਸੰਪੰਨ ਕਰੀਏ, ਸਤਿਗੁਰ ਦੇ ਸਨਮੁਖ ਪਹੁੰਚਣਾ ਕਰੀਏ। ਤੇ ਵਿਚਾਰ ਕੀਤੀ ਸਤਿਕਾਰਯੋਗ ਅਨੰਤੀ ਜੀ ਦੇ ਨਾਲ। ਉਸ ਵੇਲੇ ਵਿਚਾਰ ਬਣਾਏ ਗਏ, ਰਥ ਤਿਆਰ ਕੀਤੇ ਗਏ ਕਿ ਸਤਿਗੁਰੂ ਜੀ ਦੇ ਸਨਮੁਖ ਜਾ ਕੇ ਦਰਸ਼ਨ ਕਰੀਏ। ਕੀਰਤਪੁਰ ਦੀ ਧਰਤੀ ਤੋਂ ਚੱਲ ਕੇ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਹੈ। ਇਧਰੋਂ ਪੂਰਨ ਤੌਰ ਤੇ ਵਿਚਾਰ ਕੀਤੀ ਗਈ, ਘੋੜ ਸਵਾਰ ਨਾਲ ਲੈ ਲਏ, ਤਿਆਰੀ ਕਰਨਾ ਕੀਤੀ ਹੈ। ਅਰਦਾਸ ਬੇਨਤੀ ਕਰਕੇ ਬਾਬਾ ਗੁਰਦਿੱਤਾ ਜੀ ਨੇ ਨਾਲ ਰੱਥ ਲਏ ਨੇ। ਦੋਨੋਂ ਆਪਣੇ ਪੁੱਤਰ ਧੀਰਮਲ ਜੀ, ਹਰ ਰਾਏ ਜੀ ਨਾਲ ਪ੍ਰਾਪਤ ਕਰ ਲਏ ਨੇ। ਕੁਝ ਕੁ ਸਿੱਖ ਸੇਵਕ ਸੰਗਤ ਸਤਿਗੁਰ ਦੇ ਅਨੰਨ ਪਿਆਰੇ ਸੇਵਕ ਨਾਲ ਲੈ ਲਏ। ਤੇ ਇਧਰੋਂ ਕੀਰਤਪੁਰ ਦੀ ਧਰਤੀ ਤੋਂ ਚਾਲੇ ਪਾਏ। ਉੱਥੇ ਇੱਕ ਗੁਰਸਿੱਖ ਨੂੰ ਹੁਕਮ ਕਰ ਦਿੱਤਾ ਗਿਆ ਕਿ ਤੁਸੀਂ ਇੱਥੇ ਗੁਰੂ ਘਰ ਦੀ ਜੋ ਦੇਖ ਰੇਖ ਹੈ ਉਹ ਦੇਖਣੀ। ਤਾਂ ਗੁਰਸਿੱਖ ਬੜਾ ਇਮਾਨਦਾਰ ਸਤਿਗੁਰ ਦੀ ਕਿਰਪਾ ਦੇ ਨਾਲ ਜਿਵੇਂ ਬਾਬਾ ਗੁਰਦਿੱਤਾ ਜੀ ਨੇ ਉਸ ਵੇਲੇ ਉਹਨਾਂ ਨੂੰ ਹੁਕਮ ਕੀਤਾ, ਉਸੇ ਤਰ੍ਹਾਂ ਸੇਵਾ ਸੰਭਾਲ ਕਰਨ ਲੱਗੇ ਨੇ। ਆਖਰਕਾਰ ਕਹਿੰਦੇ ਇਹਨਾਂ ਨੇ ਜਦੋਂ ਤਿਆਰੀ ਕੀਤੀ, ਇੱਧਰ ਕਰਤਾਰਪੁਰ ਦੀ ਧਰਤੀ ਤੋਂ ਹੋ ਕੇ ਰਸਤੇ ਵਿੱਚ ਬੇਅੰਤ ਪੜਾਓ ਕਰਦੇ, ਵਿਚਾਰਾਂ ਕਰਦੇ ਕਰਦੇ ਰਾਤਾਂ ਬਤੀਤ ਕਰਦੇ। ਰਾਤ ਵੇਲੇ ਆਰਾਮ ਕਰਦੇ, ਦਿਨ ਵੇਲੇ ਪੈਦਲ ਉਹ ਘੋੜਿਆਂ ਦੇ ਉੱਤੇ ਸਵਾਰ ਹੋ ਕੇ, ਰੱਥਾਂ ਦੇ ਉੱਤੇ ਸਵਾਰ ਹੋ ਕੇ ਕਹਿੰਦੇ ਇਹ ਪੈਂਡਾ ਤੈਅ ਕਰਦੇ। ਆਖਰਕਾਰ ਜਦੋਂ ਸੰਗਤ ਤੋਂ ਪਤਾ ਲੱਗਿਆ ਸਤਿਗੁਰੂ ਜੀ ਇੱਧਰ ਮਾਲਵੇ ਇਲਾਕੇ ਡਰੋਲੀ ਭਾਈ ਕੇ ਸਤਿਗੁਰੂ ਦੀ ਸ਼ਸ਼ੋਭਤ ਹੈ, ਬਾਬਾ ਗੁਰਦਿੱਤਾ ਜੀ ਨੇ ਇੱਧਰ ਮੁਖ ਕੀਤਾ। ਹੌਲੀ ਹੌਲੀ ਰਸਤੇ 'ਚ ਪੜਾਓ ਕਰਦੇ, ਪੈਂਡਾ ਤੈਅ ਕਰਦੇ ਹੋਏ ਬਾਬਾ ਗੁਰਦਿੱਤਾ ਜੀ ਮੋਗੇ ਜ਼ਿਲ੍ਹੇ ਦੇ ਵਿੱਚ ਭਾਈ ਕੀ ਡਰੋਲੀ ਵਿਖੇ ਨਗਰ ਪਹੁੰਚੇ ਨੇ, ਜਿੱਥੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਸਤਿਗੁਰੂ ਜੀ ਬਿਰਾਜਮਾਨ ਹੈ, ਸ਼ਸ਼ੋਭਤ ਹੈ। ਇਹ ਗਏ, ਜਾ ਕੇ ਸਤਿਗੁਰ ਦੇ ਦਰਸ਼ਨ ਕੀਤੇ ਤੇ ਸਤਿਕਾਰਯੋਗ ਸਤਿਗੁਰੂ ਜੀ ਦੇ ਸਨਮੁਖ ਨਤਮਸਤਕ ਹੋਏ ਨੇ। ਬੜੇ ਪਿਆਰ ਦੇ ਬਚਨ ਕਹੇ ਤੇ ਸਤਿਗੁਰੂ ਜੀ ਨੇ ਵੀ ਬਾਬਾ ਗੁਰਦਿੱਤਾ ਜੀ ਨੂੰ ਗਲਵਕੜੀ ਪਾ ਕੇ ਮਿਲਣਾ ਕੀਤਾ, ਬੜਾ ਪਿਆਰ ਜਤਾਇਆ। ਉਧਰੋਂ ਸਤਿਕਾਰਯੋਗ ਅਨੰਤੀ ਜੀ ਉਹਨਾਂ ਦੇ ਕੋਲ ਧੀਰਮਲ ਜੀ ਹਰ ਰਾਏ ਦੀ ਚੁੱਕੇ ਹੋਏ ਨੇ ਤੇ ਉਹਨਾਂ ਨੇ ਪਾਵਨ ਪਵਿੱਤਰ ਸਤਿਗੁਰੂ ਜੀ ਦੇ ਚਰਨਾਂ ਤੇ ਦੋਨਾਂ ਪੁੱਤਰਾਂ ਨੂੰ ਪਾ ਦਿੱਤਾ।
ਤੇ ਸਤਿਗੁਰੂ ਜੀ ਨੇ ਚੁੱਕ ਕੇ ਗੋਦੀ ਵਿੱਚ ਲੈ ਕੇ ਪਿਆਰ ਜਤਾਉਣਾ ਕੀਤਾ ਆਪਣੇ ਪੋਤਰਿਆਂ ਦੇ ਨਾਲ, ਮੁਖ ਚੁੰਮਣਾ ਕੀਤੇ ਨੇ, ਬੜਾ ਪਿਆਰ ਲਾਡ ਕਰਦੇ ਨੇ। ਉਸ ਤੋਂ ਉਪਰੰਤ ਕਹਿੰਦੇ ਤਿੰਨੋਂ ਸਤਿਗੁਰ ਦੇ ਮਹਿਲ ਸਤਿਕਾਰਯੋਗ ਦਮੋਦਰੀ ਜੀ, ਮਰਵਾਹੀ ਜੀ, ਨਾਨਕੀ ਜੀ ਤੇ ਇਧਰ ਸਾਈਂ ਦਾਸ ਦੀ ਪਤਨੀ ਸਤਿਕਾਰਯੋਗ ਰਾਮੋ ਜੀ, ਉਹਨਾਂ ਦੇ ਨਾਲ ਮਿਲਣਾ ਕੀਤਾ। ਇਹ ਅਨੰਤੀ ਜੀ ਦੀਆਂ ਸੱਸਾਂ ਨੇ। ਸਤਿਕਾਰਯੋਗ ਸੱਸਾਂ ਨੂੰ ਮਿਲਦੇ ਉਹਨਾਂ ਨੇ ਮਾਤਾਵਾਂ ਸਮਝਣਾ ਕੀਤਾ, ਪੂਰਾ ਸਤਿਕਾਰ ਕੀਤਾ। ਤੇ ਇਧਰੋਂ ਅਨੰਤੀ ਨੂੰ ਵੀ ਉਹਨਾਂ ਨੇ ਆਪਣੀ ਧੀ ਸਮਝ ਕੇ ਗਲ ਨਾਲ ਲਾ ਕੇ ਪਿਆਰ ਜਤਾਉਣਾ ਕੀਤਾ। ਸਤਿਗੁਰ ਦੀ ਕਿਰਪਾ ਵਰਤਣਾ ਕੀਤੀ। ਸੰਗਤਾਂ ਨੇ ਆਪਸ ਦੇ ਵਿੱਚ ਵਿਚਾਰ ਕੀਤੀ, ਖੈਰ ਸੁਖ ਪੁੱਛੀ, ਬਚਨ ਵਿਲਾਸ ਕੀਤੇ ਗਏ ਨੇ। ਤੇ ਸਤਿਗੁਰ ਦੀ ਕਿਰਪਾ ਰਹਿਮਤ ਏਦਾਂ ਵਰਤੀ ਉਸ ਵਕਤ ਉਸ ਡਰੋਲੀ ਨਗਰ ਵਿਖੇ। ਸਤਿਗੁਰੂ ਜੀ ਨੇ ਬਖਸ਼ਿਸ਼ ਰਹਿਮਤ ਕੀਤੀ। ਏਦਾਂ ਜਦੋਂ ਬਾਬਾ ਗੁਰਦਿੱਤਾ ਜੀ ਪਹੁੰਚੇ, ਇਹ ਵਿਚਾਰ ਵਰਣਨਾ ਕੀਤੀ ਉੱਥੇ। ਸਤਿਗੁਰੂ ਜੀ ਸਿੱਖਾਂ ਦੇ ਉੱਤੇ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ ਨੇ, ਆਪਸ ਦੇ ਵਿੱਚ ਵਿਚਾਰ ਕਰਦੇ ਨੇ। ਰੌਣਕਾਂ ਲੱਗੀਆਂ। ਸਤਿਗੁਰ ਦੀ ਕਿਰਪਾ ਰਹਿਮਤ ਬਣਨਾ ਕੀਤੀ ਹੈ ਉਸ ਡਰੋਲੀ ਨਗਰ ਵਿਖੇ। ਉਸ ਵੇਲੇ ਸਤਿਗੁਰ ਜੀ ਪੈਂਦੇ ਖਾਂ ਪਠਾਨ ਸਤਿਕਾਰਯੋਗ ਬਾਬਾ ਬਿਧੀ ਚੰਦ ਜੀ, ਉਹਨਾਂ ਨੂੰ ਹੁਕਮ ਪਏ ਕਰਦੇ, ਜੋ ਜੋ ਵਿਚਾਰ ਹੁੰਦੀ ਉਹਨਾਂ ਦੇ ਉੱਤੇ ਬਖਸ਼ਿਸ਼ ਰਹਿਮਤ ਕਰਦੇ ਆ। ਤੇ ਕਹਿੰਦੇ ਸਮਾਂ ਬਤੀਤ ਹੁੰਦਾ ਗਿਆ। ਇੱਕ ਦਿਨ ਕੀ ਹੋਇਆ ਕਿ ਸਤਿਕਾਰਯੋਗ ਸਤਿਗੁਰ ਜੀ ਦੇ ਵੱਡੇ ਮਹਿਲ ਦਮੋਦਰੀ ਜੀ ਉਹ ਸਤਿਗੁਰ ਦੇ ਸਨਮੁਖ ਪਹੁੰਚੇ। ਉਹਨਾਂ ਨੇ ਬੇਨਤੀ ਕੀਤੀ, ਸਤਿਗੁਰ ਜੀ ਆ ਮੇਰਾ ਜਿਹੜਾ ਸਮਾਂ ਆਖਰੀ ਸਮਾਂ ਨਜ਼ਦੀਕ ਆ ਚੁੱਕਿਆ, ਹੁਣ ਸਾਨੂੰ ਫਾਨੀ ਸੰਸਾਰ ਦੇ ਵਿੱਚੋਂ ਜਾਣਾ ਪੈਣਾ। ਇਹ ਜੋ ਸੰਸਾਰ ਦੇ ਵਿੱਚ ਆਉਣਾ ਤੇ ਇੱਕ ਦਿਨ ਜਾਣਾ, ਇਹ ਮਨੁੱਖ ਦਾ ਹੈ ਹੀ ਹੈ। ਕਿਉਂਕਿ ਸਤਿਗੁਰੂ ਦੀ ਗੁਰਬਾਣੀ ਕਹਿੰਦੀ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਜੋ ਵੀ ਵਸਤੂ ਉਤਪੰਨ ਹੋਈ ਹੈ ਉਹਨੇ ਇੱਕ ਦਿਨ ਬਿਨਸ ਜਾਣਾ, ਖਤਮ ਹੋ ਜਾਣਾ, ਚਲੇ ਜਾਣਾ। ਉਹਦੀ ਬਣਾਵਟ ਨੇ ਖਤਮ ਹੋ ਜਾਣਾ, ਸਤਿਗੁਰੂ ਜੀ ਕਹਿੰਦੇ। ਉਸ ਵੇਲੇ ਬੇਨਤੀ ਕਰਨ ਲੱਗੇ ਸਤਿਕਾਰਯੋਗ ਦਮੋਦਰੀ ਜੀ, ਕਹਿਣ ਲੱਗੇ, ਸਤਿਗੁਰੂ ਜੀ ਤੁਹਾਡੇ ਸਨਮੁਖ ਜਦੋਂ ਦੇ ਅਸੀਂ ਆਪ ਜੀ ਦੇ ਚਰਨਾਂ ਦੇ ਦਾਸੀ ਬਣੇ, ਭਾਵ ਤੁਹਾਡੇ ਮਹਿਲ ਤੁਹਾਡੇ ਪਤਨੀ ਦੇ ਰੂਪ ਦੇ ਵਿੱਚ ਪ੍ਰਾਪਤ ਹੋਏ ਆ, ਉਸ ਸਮੇਂ ਤੋਂ ਲੈ ਕਰ ਹੁਣ ਤੱਕ ਸਤਿਗੁਰੂ ਜੀ ਅਗਰਵਾਈਜ਼ ਕਿਸੇ ਪ੍ਰਕਾਰ ਕੋਈ ਆਪ ਜੀ ਦੇ ਸਨਮੁਖ ਬੇਨਤੀ ਕਰਦਿਆਂ ਜਾਂ ਸੇਵਾ ਕਰਦਿਆਂ ਆਪ ਜੀ ਦੇ ਸਨਮੁਖ ਤਤਪਰ ਰਹਿੰਦਿਆਂ ਕਿਸੇ ਪ੍ਰਕਾਰ ਕੋਈ ਨਾ ਕੋਈ ਗਲਤੀ ਜ਼ਰੂਰ ਹੋਈ ਹੋਵੇਗੀ, ਤੇ ਆਪ ਜੀ ਕਿਰਪਾ ਕਰਕੇ ਖਿਮਾ ਬਖਸ਼ ਦਿਓ ਤੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਓ। ਇਹ ਬੇਨਤੀ ਕਰ ਲੱਗੇ ਕੱਲੇ ਆ ਕੇ ਸਤਿਗੁਰ ਦੇ ਸਨਮੁਖ। ਉਸ ਵੇਲੇ ਸਤਿਗੁਰ ਜੀ ਨੇ ਧੀਰਜ ਦਿੱਤਾ। ਕਹਿੰਦੇ ਸੰਸਾਰ ਦੇ ਵਿੱਚ ਇਹ ਮਨੁੱਖ ਹੈ ਨਾ ਜਿਹੜਾ, ਇਸ ਤੋਂ ਕੋਈ ਨਾ ਕੋਈ ਵਿਸਤਾਰ, ਕੋਈ ਨਾ ਕੋਈ ਵਿਚਾਰ ਰਹਿ ਹੀ ਜਾਂਦੀ ਹੈ। ਕਿਉਂਕਿ ਗੁਰਬਾਣੀ ਕਹਿੰਦੀ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਕਲਯੁਗੀ ਮਨੁੱਖ ਜੀਵ ਭੁੱਲਣ ਹਾਰ ਹੈ। ਕੋਈ ਨਾ ਕੋਈ ਜ਼ਰੂਰ ਵਿਚਾਰ ਹੋ ਜਾਂਦੀ, ਪਰ ਜਿਹੜੀ ਤੁਸੀਂ ਨਿਮਰਤਾ ਸਹਿਤ ਬੇਨਤੀ ਪਏ ਕਰਨੇ ਹੋ, ਇਹਦੇ ਨਾਲ ਸਤਿਗੁਰ ਦੀ ਕਿਰਪਾ ਰਹਿਮਤ ਜ਼ਰੂਰ ਵਰਤੇਗੀ। ਜ਼ਰੂਰ ਸੰਸਾਰ ਦੇ ਵਿੱਚ ਤੁਹਾਨੂੰ ਸਤਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਪ੍ਰਾਪਤ ਹੋਵੇਗਾ, 84 ਲੱਖ ਜੂਨਾਂ ਤੋਂ ਛੁਟਕਾਰਾ ਹੋਵੇਗਾ। ਗੁਰੂ ਨਾਨਕ ਦੇ ਮਾਰ ਦੀ ਕਿਰਪਾ ਰਹਿਮਤ ਵਰਤੇਗੀ। ਉਸ ਵੇਲੇ ਹੌਲੀ ਹੌਲੀ ਗੱਲ ਕਹਿੰਦੇ ਪ੍ਰਚਲਿਤ ਹੋਈ। ਸੰਗਤਾਂ ਦੇ ਵਿੱਚ ਇਹ ਗੱਲ ਪ੍ਰਾਪਤ ਹੋਈ ਕਿ ਸਤਿਕਾਰਯੋਗ ਦਮੋਦਰੀ ਜੀ ਫਾਨੀ ਸੰਸਾਰ ਦੇ ਵਿੱਚੋਂ ਅਲਵਿਦਾ ਕਹਿ ਰਹੇ ਨੇ।
ਆਪਣਾ ਜੀਵਨ ਬਤੀਤ ਕਰਕੇ ਸੰਸਾਰ ਦੇ ਵਿੱਚੋਂ ਜਾ ਰਹੇ ਨੇ। ਤੇ ਗੁਰੂ ਪਿਆਰਿਓ, ਉਸ ਵੇਲੇ ਕਹਿੰਦੇ ਵਿਸਾਖੀ ਦਾ ਸਮਾਂ ਵੀ ਨਜ਼ਦੀਕ ਆ ਰਿਹਾ ਤੇ ਸਤਿਗੁਰ ਦੀ ਕਿਰਪਾ ਹੋਈ। ਇਧਰੋਂ ਵਿਸਾਖੀ ਦੇ ਸਮੇਂ ਦੇ ਵਿੱਚ ਵੀ ਸੰਗਤਾਂ ਆ ਰਹੀਆਂ ਨੇ। ਕੁਝ ਕੁ ਪਤਾ ਏ ਕਿ ਸਤਿਕਾਰਯੋਗ ਦਮੋਦਰੀ ਜੀ ਨੇ ਫਾਨੀ ਸੰਸਾਰ ਦੇ ਵਿੱਚੋਂ ਚਲੇ ਜਾਣਾ ਤੇ ਸੰਗਤਾਂ ਜਦੋਂ ਦੂਰੋਂ ਦੂਰੋਂ ਆ ਰਹੀਆਂ ਨੇ ਵਿਸਾਖੀ ਦਾ ਤਿਹਾਰ ਦੇ ਸੰਬੰਧ ਵਿੱਚ ਸਤਿਗੁਰ ਦੇ ਸਨਮੁਖ ਬੇਅੰਤ ਭੇਟਾਂ ਅਰਪਣ ਪਏ ਕਰਦੇ ਨੇ। ਤੇ ਕਈ ਦਫਾ ਸਤਿਗੁਰ ਦੇ ਜਿਹੜੇ ਮਸੰਦ ਹਨ, ਸਤਿਗੁਰ ਦੇ ਸੇਵਕ ਹਨ, ਉਹ ਵੱਡੇ ਵੱਡੇ ਨਗਰਾਂ ਦੇ ਵਿੱਚ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਦੂਰ ਦਰੇਡੇ ਤੋਂ, ਇਧਰੋਂ ਪੰਜਾਬ ਦੀ ਧਰਤੀ ਤੋਂ ਬਾਹਰਲੇ ਜਿਹੜੇ ਸਟਿਆ ਨੇ, ਉਹਨਾਂ ਤੇ ਸਤਿਗੁਰ ਦੇ ਸਿੱਖ ਸੇਵਕ ਮੌਜੂਦ ਨੇ ਤੇ ਉਹਨਾਂ ਕੋਲ ਸਤਿਗੁਰੂ ਗੁਰੂ ਨਾਨਕ ਦੇ ਦਰਕਾਰ ਦਾ ਦਸਬੰਧ ਇਕੱਤਰ ਹੋਇਆ ਤੇ ਕਾਫੀ ਪੱਧਰ ਤੇ ਉਹ ਕਹਿੰਦੇ ਉਹ ਦਸਬੰਧ ਸਤਿਗੁਰ ਦੇ ਸਨਮੁਖ ਲੈ ਕੇ ਆਉਂਦੇ ਨੇ, ਪ੍ਰਾਪਤ ਕਰਦੇ ਨੇ। ਕਈ ਮਹੀਨਿਆਂ ਦੇ, ਕਈ ਸਾਲਾਂ ਦਾ ਜਿਹੜਾ ਦਸਬੰਧ ਉੱਥੇ ਇਕੱਤਰ ਹੋਇਆ, ਉਹ ਹੁਣ ਭਾਈ ਕੀ ਡਰੋਲੀ ਵਿਖੇ ਆ ਕੇ ਪ੍ਰਾਪਤ ਕਰਕੇ ਸਤਿਕਾਰਯੋਗ ਸਤਿਗੁਰ ਦੇ ਸਨਮੁਖ ਕਹਿੰਦੇ ਅਰਪਣ ਪਏ ਕਰਦੇ ਨੇ। ਬੇਅੰਤ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰਦੇ। ਵਿਸਾਖੀ ਦੇ ਤਿਹਾਰ ਦੇ ਸੰਬੰਧ ਵਿੱਚ ਸੰਗਤਾਂ ਇਕੱਤਰ ਹੋਣੀਆਂ ਸ਼ੁਰੂ ਹੋਈਆਂ। ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਹੋਣੀ ਸ਼ੁਰੂ ਹੋਈ ਹੈ। ਉਸ ਵੇਲੇ ਬਾਬਾ ਵਿਧੀ ਚੰਦ ਜੀ, ਪੈਂਦੇ ਖਾਂ ਪਠਾਨ, ਗੁਰੂ ਸਤਿਗੁਰ ਦੇ ਹੋਰ ਅਨਨ ਸੇਵਕ ਸੰਗਤਾਂ ਦੇ ਆਉਣ ਤੇ ਜਲ ਪਾਣੀ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਪਏ ਕਰਦੇ ਨੇ। ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਹੈ ਤੇ ਇਧਰੋਂ ਸਤਿਕਾਰਯੋਗ ਦਮੋਦਰੀ ਜੀ ਨੇ ਸਤਿਗੁਰ ਦੇ ਵੱਡੇ ਮਹਿਲ ਬਾਬਾ ਗੁਰਦਿੱਤਾ ਜੀ ਦੇ ਮਾਤਾ ਜੀ, ਉਹਨਾਂ ਨੇ ਬਚਨ ਕਰ ਦਿੱਤਾ ਕਿ ਸਾਡਾ ਅੰਤਮ ਸਮਾਂ ਆ ਚੁੱਕਿਆ ਏ। ਤੇ ਜਿਉਂ-ਜਿਉਂ ਪਤਾ ਲੱਗਦਾ ਤਿਉਂ-ਤਿਉਂ ਸੰਗਤਾਂ ਦੇ ਮਨ ਦੇ ਵਿੱਚ ਇਹ ਵਿਛੋੜੇ ਦਾ ਦੁੱਖ ਪ੍ਰਾਪਤ ਹੋਣ ਦਾ, ਹਿਰਦੇ ਵਿੱਚ ਉਦਾਸੀਨ ਹੋਣ ਦਾ ਵਿਚਾਰ ਪ੍ਰਾਪਤ ਹੋ ਰਿਹਾ। ਤੇ ਕਹਿੰਦੇ ਆਖਰਕਾਰ ਸਤਿਕਾਰਯੋਗ ਦਮੋਦਰੀ ਨੇ ਉਸ ਵੇਲੇ ਸਤਿਗੁਰੂ ਜੀ ਦੇ ਨਾਲ ਵਿਚਾਰ ਕੀਤੀ ਤੇ ਕਹਿੰਦੇ ਇਸ਼ਨਾਨ ਕਰਕੇ, ਦੱਬ ਵਿਛਾ ਕੇ, ਉੱਪਰ ਵਧੀਆ ਸਾਫ਼ ਕਪੜਾ ਪਹਿਨ ਲੈਣਾ ਕੀਤਾ, ਚਾਦਰ ਪਹਿਨ ਲੈਣਾ ਕੀਤੀ ਤੇ ਜਪਜੀ ਸਾਹਿਬ ਦੇ ਪਾਠ ਨੂੰ ਕਰਕੇ ਸਤਿਗੁਰ ਦੇ ਪਵਿੱਤਰ ਚਰਨਾਂ ਦਾ ਧਿਆਨ ਧਰਦੇ ਹੋਏ ਉਸ ਵੇਲੇ ਸਤਿਕਾਰਯੋਗ ਦਮੋਦਰੀ ਜੀ ਲੰਮੇ ਪੈ ਗਏ ਨੇ। ਤੇ ਹੌਲੀ ਹੌਲੀ ਸਰੀਰ ਦੇ ਵਿੱਚੋਂ ਜੀਵ ਆਤਮਾ ਭੌਰੇ ਦੀ ਤਰ੍ਹਾਂ ਉੱਡ ਗਈ, ਪਤਾ ਹੀ ਨਹੀਂ ਲੱਗਿਆ। ਆਮ ਸੰਸਾਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਜਦੋਂ ਕਿਸੇ ਮਨੁੱਖ ਦੀ ਮ੍ਰਿਤੂ ਹੁੰਦੀ ਹੈ ਨਾ, ਬੜਾ ਦੁੱਖ ਪ੍ਰਾਪਤ ਹੁੰਦਾ। ਸਰੀਰ ਵਿੱਚੋਂ ਜਾਨ ਨਿਕਲੀ ਬਹੁਤ ਦੁਖਦਾਇਕ ਹੈ। ਤੇ ਕਹਿੰਦੇ ਸਰੀਰ ਵਿੱਚੋਂ ਜਦੋਂ ਜਾਨ ਨਿਕਲਦੀ ਆਮ ਮਨੁੱਖ ਦੇ ਵਾਸਤੇ ਬੜਾ ਦੁਖਦਾਇਕ ਮਹਿਸੂਸ ਹੁੰਦਾ, ਪ੍ਰਾਪਤ ਹੁੰਦਾ। ਪਰ ਕਹਿੰਦੇ ਜਦੋਂ ਕੋਈ ਗੁਰੂ ਦਾ ਬਖਸ਼ਿਆ ਸੰਸਾਰ ਦੇ ਵਿੱਚੋਂ ਜਾਂਦਾ ਹੈ ਨਾ, ਉਸ ਨੂੰ ਸਰੀਰ ਤਿਆਗਣ ਲੱਗਿਆਂ, ਅੰਤਮ ਸਮਾਂ ਪ੍ਰਾਪਤ ਕਰਨ ਲੱਗਿਆਂ ਕੁਝ ਦੁੱਖ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਜੀ ਇਦਾਂ ਬਖਸ਼ਿਸ਼ ਕਰਦੇ ਨੇ। ਜਿਵੇਂ ਗੁਰਬਾਣੀ ਕਹਿੰਦੀ, ਕਿਆ ਜਾਣਾ ਕਿ ਮਰਹਿੰਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੁ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਸਤਿਗੁਰੂ ਦੀ ਗੁਰਬਾਣੀ ਕਹਿੰਦੀ ਕਿਸੇ ਮਨੁੱਖ ਨੂੰ ਕੋਈ ਪਤਾ ਨਹੀਂ ਕਿਵੇਂ ਮਰਨਾ, ਕਿੱਦਾਂ ਦਾ ਮਰਨਾ ਹੋਵੇਗਾ, ਕਿਹੋ ਜਿਹਾ ਮਰਨਾ ਹੋਵੇਗਾ, ਕੋਈ ਪਤਾ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਜੇਕਰ ਪਰਮਾਤਮਾ ਵਾਹਿਗੁਰੂ ਮਨ ਵਿੱਚੋਂ ਭੁੱਲੇ ਨਾ, ਵਿਸਰੇ ਨਾ, ਤੇ ਮਰਨਾ ਵੀ ਸੁਖੈਨ ਹੋ ਜਾਂਦਾ। ਫਿਰ ਤੇ ਇਦਾਂ ਪ੍ਰਾਪਤ ਹੁੰਦਾ ਜਿਵੇਂ ਕਹਿੰਦੇ ਸੱਪ ਸਰੀਰ ਦੇ ਉੱਤੋਂ ਕੰਜ ਲਾਹੁੰਦਾ ਏ, ਉਹ ਸੱਪ ਨੂੰ ਕਦਾਚਿਤ ਵੀ ਸਰੀਰ ਉੱਤੋਂ ਕੰਜ ਲਾਹੁੰਦਿਆਂ ਨੂੰ ਕੋਈ ਦੁੱਖ ਤਕਲੀਫ ਨਹੀਂ ਪ੍ਰਾਪਤ ਹੁੰਦੀ, ਸਗੋਂ ਉਸ ਕੰਜ ਨੂੰ ਲਾ ਕੇ ਆਪਣੇ ਆਪ ਨੂੰ
बड़ा ही आरामदायक महसूस करदा वो सप। इसे तरह सतगुर दे सेवक ने, गुरु दे प्यारे ने, वो कदाचित भी संसार दे विच सतगुरु जी कहंदे मनुखे जीवन नूं छड्डदियां त्यागदियां अंत वेले ये प्राप्ति करदियां कोई दुख प्राप्त नहीं हुंदा। ਉਹਦੇ ਸੱਪ ਦੀ ਕੰਜ ਦੀ ਤਰ੍ਹਾਂ ਸਰੀਰ ਨੂੰ ਲਾ ਕੇ ਜੀਵ ਆਤਮਾ ਭੌਰਾ ਉੱਡ ਜਾਂਦਾ, ਸੱਚੀ ਦਰਗਾਹ ਦੇ ਵਿੱਚ ਬਿਰਾਜਮਾਨ ਹੋ ਜਾਂਦਾ। ਇਦਾਂ ਸਤਿਗੁਰ ਦੀ ਕਿਰਪਾ ਵਰਤਦੀ ਹੈ। ਉਸ ਵੇਲੇ ਸਤਿਕਾਰਯੋਗ ਦਮੋਦਰੀ ਜੀ ਇਦਾਂ ਕਹਿੰਦੇ ਦੱਬ ਵਿਛਾ ਕੇ ਪਏ ਨੇ, ਚੱਟੀ ਚਾਦਰ ਉੱਤੇ ਲਈ ਹੈ, ਜਪਜੀ ਸਾਹਿਬ ਦਾ ਪਾਠ ਕੀਤਾ, ਲੰਮੇ ਪੈ ਗਏ। ਪਤਾ ਹੀ ਨਹੀਂ ਲੱਗਿਆ ਕਦੋਂ ਸਰੀਰ ਵਿੱਚੋਂ ਜੀਵ ਆਤਮਾ ਭੌਰਾ ਬਣ ਕੇ ਉੱਡ ਗਈ। ਤੇ ਜਦੋਂ ਸਤਿਕਾਰਯੋਗ ਦਮੋਦਰੀ ਜੀ ਦੇ ਪ੍ਰਤੀ ਇਦਾਂ ਪਤਾ ਲੱਗਿਆ, ਸੰਸਾਰ ਦੇ ਵਿੱਚ ਦੁੱਖ ਦੀ ਲਹਿਰ, ਸੋਗ ਦੀ ਲਹਿਰ ਛਾ ਗਈ। ਉਸ ਵੇਲੇ ਸਤਿਗੁਰ ਦੇ ਮਹਿਲ ਦਮੋਦਰੀ ਜੀ ਫਾਨੀ ਸੰਸਾਰ ਵਿੱਚੋਂ ਅਲਵਿਦਾ ਕਹਿ ਗਏ। ਦਮੋਦਰੀ ਜੀ ਦੇ ਵੱਡੀ ਭੈਣ ਰਾਮੋ ਜੀ, ਜਦੋਂ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਬੜਾ ਵਿਰਲਾਪ ਕੀਤਾ, ਬੜਾ ਰੋਣਾ ਕੀਤਾ। ਤੇ ਉਸ ਵੇਲੇ ਰੋਂਦੇ ਹੋਏ ਇਹ ਕਹਿ ਰਹੇ ਨੇ ਕਿ ਦਮੋਦਰੀ ਜੀ ਤੁਸੀਂ ਬਹੁਤ ਵੱਡੇ ਸਤਿਕਾਰਯੋਗ ਹੋ, ਆ ਤੁਹਾਡੇ ਕਰਕੇ ਸਤਿਗੁਰੂ ਜੀ ਦੇ ਨਾਲ ਸਾਡਾ ਰਿਸ਼ਤਾ ਜੁੜਨਾ ਕੀਤਾ ਨਹੀਂ ਤੇ ਸਾਨੂੰ ਕਿਹਨੇ ਪੁੱਛਣਾ ਸੀ, ਭਾਵ ਕਿਸੇ ਨੇ ਵੀ ਨਹੀਂ। ਤੁਹਾਡੇ ਕਰਕੇ ਸਾਡੇ ਮਾਤਾ ਪਿਤਾ ਦਾ ਸਤਿਕਾਰ ਹੋਇਆ, ਉਹਨਾਂ ਦਾ ਗੁਰੂ ਨਾਨਕ ਦੇ ਦਰਕਾਰ ਦੇ ਨਾਲ ਸੰਬੰਧ ਜੁੜਨਾ ਕੀਤਾ। ਫਾਨੀ ਸੰਸਾਰ ਦੇ ਵਿੱਚ ਸਾਡੇ ਤੇ ਗੁਰੂ ਨਾਨਕ ਦੀ ਕਿਰਪਾ ਰਹਿਮਤ ਵਰਤਣਾ ਕੀਤੀ, ਸਤਿਗੁਰ ਦੇ ਨਜ਼ਦੀਕ ਰਿਲੇਸ਼ਨ ਬਣਨਾ ਕੀਤੇ ਨੇ ਤੇ ਸਾਨੂੰ ਕਿਹਨੇ ਪੁੱਛਣਾ ਸੀ। ਇਦਾਂ ਵਿਚਾਰ ਕਰਦੇ ਰੋਂਦੇ ਕਹਿ ਰਹੇ ਨੇ। ਤੇ ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਪਰਿਵਾਰ ਦੇ ਵਿੱਚ ਜਿਹੜੇ ਸਤਿਗੁਰ ਦੇ ਦੋ ਮਹਿਲ ਵਾਕੀ ਆ, ਮਰਵਾਹੀ ਜੀ, ਨਾਨਕੀ ਜੀ, ਉਹ ਵੀ ਵਿਛੋੜੇ ਦੇ ਦੁੱਖ ਵਿੱਚ ਰੋ ਰਹੇ ਆ। ਤੇ ਸਤਿਗੁਰ ਦੇ ਪੁੱਤਰ ਸੂਰਜ ਮਲ ਜੀ, ਅਣੀ ਰਾਏ ਜੀ, ਤੇਗ ਬਹਾਦਰ ਜੀ ਤੇ ਬਾਬਾ ਗੁਰਦਿੱਤਾ ਜੀ ਵੱਡੇ ਨੇ, ਉਹ ਵਿਆਹੇ ਹੋਏ ਨੇ। ਤੇ ਕਹਿੰਦੇ ਸਾਰੇ ਵਿਰਲਾਪ ਕਰਦੇ। ਸਤਿਗੁਰ ਦੀਆਂ ਦੋਨੋਂ ਨੂੰਹਾਂ, ਸੂਰਜ ਮਲ ਦੀ ਪਤਨੀ ਤੇ ਬਾਬਾ ਗੁਰਦਿੱਤਾ ਜੀ ਦੀ ਪਤਨੀ, ਉਹ ਵੀ ਰੋ ਰਹੇ ਨੇ, ਵਿਰਲਾਪ ਪੇ ਕਰਦੇ ਨੇ। ਤੇ ਇਦਾਂ ਕਰਕੇ ਕਹਿੰਦੇ ਉੱਥੇ ਡਰੋਲੀ ਨਗਰ ਵਿਖੇ ਦਮੋਦਰੀ ਜੀ ਦੇ ਸੰਸਾਰ ਵਿੱਚੋਂ ਜਾਣ ਦਾ ਦੁੱਖ ਪ੍ਰਾਪਤ ਹੋਇਆ ਸੰਗਤ ਦੇ ਅੰਦਰ। ਤੇ ਗੁਰੂ ਪਿਆਰਿਓ, ਬਾਅਦ ਵਿੱਚ ਸਿੱਖਾਂ ਨੂੰ, ਸੰਗਤਾਂ ਨੂੰ ਸਤਿਗੁਰ ਨੇ ਉਪਦੇਸ਼ ਦਿੱਤਾ, ਭਾਈ ਸੰਗਤੇ ਕਦਾਚਿਤ ਵੀ ਕੋਈ ਮਨ ਦੇ ਵਿੱਚ ਇਦਾਂ ਦੀ ਪ੍ਰਾਪਤੀ ਨਾ ਕਰੋ, ਇਦਾਂ ਦਾ ਵਿਰਲਾਪ ਨਾ ਕਰੋ। ਜੇਕਰ ਸਿਮਰਨ ਕਰੋ, ਬਾਣੀ ਪੜੋ ਤਾਂ ਉੱਤਮ ਹੈ, ਚੰਗੀ ਗੱਲ ਹੈ। ਸਤਿਗੁਰੂ ਜੀ ਨੇ ਇਦਾਂ ਉਪਦੇਸ਼ ਦਿੱਤਾ, ਪਰ ਫਿਰ ਵੀ ਕਹਿੰਦੇ ਮਨ ਨੂੰ ਕਿੱਥੇ ਸ਼ਾਂਤੀ ਹੋਵੇ, ਮਨ ਨੂੰ ਕਿੱਥੇ ਭਾਣਾ ਮਰਨ ਦੀ ਵਿਚਾਰ ਪ੍ਰਾਪਤ ਹੋਵੇ ਜਦੋਂ ਏਡਾ ਵੱਡਾ ਦੁੱਖ ਪ੍ਰਾਪਤ ਹੋਇਆ। ਸਾਰੇ ਵਿਰਲਾਪ ਕਰਦੇ, ਸਾਈਂ ਦਾਸ ਵੀ ਬੜਾ ਰੋ ਲਿਆ, ਵਿਰਲਾਪ ਕਰ ਰਿਹਾ। ਸਾਰੇ ਰਿਸ਼ਤੇਦਾਰ, ਸਾਗ ਸੰਬੰਧੀ ਸੰਗਤਾਂ ਇਕੱਤਰ ਹੋਈਆਂ ਤੇ ਸਤਿਕਾਰਯੋਗ ਦਮੋਦਰੀ ਜੀ ਦਾ ਡਰੋਲੀ ਨਗਰ ਵਿਖੇ ਸੰਸਕਾਰ ਕਰ ਦਿੱਤਾ ਗਿਆ। ਸਤਿਗੁਰੂ ਜੀ ਨੇ ਆਪਣੇ ਹੱਥੀ ਸੰਸਕਾਰ ਕੀਤਾ। ਉਸ ਵੇਲੇ ਜਦੋਂ ਬਹੁਤਾ ਵਿਰਲਾਪ ਕਰਦੇ ਨੇ ਤੇ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਸਤਿਕਾਰਯੋਗ ਦਮੋਦਰੀ ਜੀ ਦੇ ਇਸ ਵਿਛੋੜੇ ਦੇ ਸੰਬੰਧ ਵਿੱਚ ਸ਼੍ਰੀ ਸਾਹਿਜ ਪਾਠ ਆਰੰਭ ਕਰਵਾਏ ਗਏ, ਜਿਨ੍ਹਾਂ ਦੇ ਗੁਰਬਾਣੀ ਦੇ ਜਾਪ ਕਰਨਾ ਕੀਤੇ ਸਤਿਗੁਰ ਦੇ ਸਿੱਖਾਂ ਨੇ। ਉਪਰੰਤ ਪੂਰਨ ਗੁਰਬਾਣੀ ਪੜ੍ਹ ਕੇ ਸਤਿਕਾਰਯੋਗ ਦਮੋਦਰੀ ਜੀ ਦੇ ਸੰਬੰਧ ਵਿੱਚ ਭੋਗ ਪਾਏ ਗਏ। ਅੰਤਮ ਅਰਦਾਸ ਬੇਨਤੀ ਹੋਈ, ਦੀਵਾਨ ਸਜਾਏ ਗਏ। ਸਤਿਗੁਰੂ ਜੀ ਵੱਲੋਂ ਸਭਨਾਂ ਨੂੰ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਗਿਆ, ਗੁਰਬਾਣੀ ਦੀ ਵਿਚਾਰ ਕੀਤੀ ਗਈ। ਇਦਾਂ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਦੀ ਉਸ ਵਕਤ ਡਰੋਲੀ ਨਗਰ ਵਿਖੇ। ਤੇ ਸਤਿਗੁਰੂ ਜੀ ਨੇ ਸਭਨਾਂ ਨੂੰ ਇਹੀ ਹੁਕਮ ਦਿੱਤਾ, ਪਿਆਰਿਓ ਭਾਣਾ ਮੰਨਣ ਦਾ ਵਿਚਾਰ ਹਿਰਦੇ ਵਿੱਚ ਰੱਖੋ। ਭਾਣਾ ਮੰਨਣ ਤੋਂ ਬਿਨਾਂ ਕਦਾਚਿਤ ਵੀ ਕੋਈ ਛੁਟਕਾਰਾ ਨਹੀਂ ਹੈ। ਸਤਿਗੁਰ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਸਿੱਖੋ।
ਸਤਿਗੁਰੂ ਪ੍ਰਮਾਤਮਾ ਆਪ ਹੀ ਬਖਸ਼ਿਸ਼ ਰਹਿਮਤ ਕਰਨਗੇ। ਇਦਾਂ ਕਰਕੇ ਇਹ ਜੋ ਡਰੋਲੀ ਨਗਰ ਵਿਖੇ ਭਾਣਾ ਵਰਤਣਾ ਕੀਤਾ। ਤਾਂ ਤੇ ਆਓ ਪਿਆਰੀ ਸੰਗਤ ਜੀ, ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਕਿ ਅੱਗੇ ਸਤਿਕਾਰਯੋਗ ਦਮੋਦਰੀ ਜੀ ਦੇ ਇਸ ਵਿਛੋੜੇ ਦੇ ਦੁੱਖ ਵਿੱਚ ਕੀ ਉੱਥੇ ਸਮਾਂ ਬਤੀਤ ਹੁੰਦਾ, ਤੇ ਇਹਨਾਂ ਦੇ ਵਿਛੋੜੇ ਦੇ ਦੁੱਖ ਵਿੱਚ ਹੀ ਕਹਿੰਦੇ ਸਤਿਕਾਰਯੋਗ ਰਾਮੋ ਜੀ, ਸਾਈਂ ਦਾਸ ਜੀ, ਇਹਨਾਂ ਦੇ ਜਿਹੜੇ ਰਾਮੋ ਜੀ ਦੇ ਦਮੋਦਰੀ ਜੀ ਦੇ ਪਿਤਾ ਜੀ ਉਹ ਵੀ ਚੜ੍ਹਾਈ ਕਰ ਜਾਵਣਗੇ, ਸਾਈਂ ਦਾਸ ਵੀ ਚੜ੍ਹਾਈ ਕਰ ਜਾਵਣਗੇ, ਤੇ ਰਾਮੋ ਜੀ ਇਹਨਾਂ ਦੇ ਮਾਤਾ ਜੀ ਦਇਆ ਕਰੋ ਵੀ ਚੜ੍ਹਾਈ ਕਰ ਜਾਵਣਗੇ। ਕਿਵੇਂ ਕਿਵੇਂ ਵਿਚਾਰ ਵਰਤਦੀ ਹੈ, ਇੱਕ ਦੁੱਖ ਪ੍ਰਾਪਤ ਹੋਇਆ ਹੋਰ ਇਹ ਕਿਵੇਂ ਕਰਕੇ ਵਿਚਾਰਾਂ ਬਣਦੀਆਂ ਨੇ, ਉਹ ਰਹਿੰਦੀ ਆਪਾਂ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ ਪਿਆਰਿਓ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਆਪ ਸੰਗਤ ਵੱਧ ਤੋਂ ਵੱਧ ਗੁਰੂ ਚਰਨਾਂ ਵਿੱਚ ਪਹੁੰਚਿਆ ਕਰੋ। ਸਤਿਕਾਰਯੋਗ ਸਤਿਗੁਰ ਦੇ ਸਨਮੁਖ ਆਪ ਸੰਗਤ ਸਤਿਗੁਰ ਜੀ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਿਆ ਕਰੋ ਪਿਆਰਿਓ। ਸਤਿਗੁਰ ਦੇ ਸਨਮੁਖ ਸਾਡੇ ਵੱਡੇ ਉੱਤਮ ਭਾਗ ਨੇ। ਜਦੋਂ ਸਤਿਗੁਰ ਦੇ ਸ਼ਰਨ ਦੇ ਵਿੱਚ ਆ ਕੇ ਜੁੜ ਕੇ ਬਹਿਨੇ ਆ ਨਾ, ਤੇ ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਹੈ। ਉਸ ਵੇਲੇ ਸਤਿਗੁਰੂ ਦੇ ਵਿੱਚ ਤੇ ਸਤਿਗੁਰ ਦੀ ਸੰਗਤ ਵਿੱਚ ਕੋਈ ਭੇਦ ਭਾਵ ਨਹੀਂ ਰਹਿੰਦਾ, ਸਤਿਗੁਰ ਦੇ ਰੂਪ ਬਣ ਜਾਈਦਾ। ਇਸ ਕਰਕੇ ਵੱਧ ਤੋਂ ਵੱਧ ਵਿਚਾਰ ਪ੍ਰਾਪਤ ਕਰਿਆ ਕਰੋ, ਗੁਰੂ ਚਰਨਾਂ ਵਿੱਚ ਜੁੜਨ ਦਾ ਯਤਨ ਕਰਿਆ ਕਰੋ। ਤਾਂ ਤੇ ਆਓ ਪਿਆਰੀ ਸੰਗਤ ਜੀ, ਉਹ ਸਮਾਂ ਸਮਾਪਤ ਹੋ ਚੁੱਕਿਆ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।